ਅੱਜ ਆਪਾਂ ਇੱਕ ਬਹੁਤ ਹੀ ਡੂੰਘੇ ਵਿਚਾਰ ਤੇ ਗੱਲ ਕਰਨੀ ਹੈ। ਇੱਕ ਐਸੇ ਪੁਰਾਤਨ ਗ੍ਰੰਥ ਦੇ ਭੇਦ ਖੋਲਣੇ ਨੇ ਜਿਹੜਾ ਸਾਨੂੰ ਸ੍ਰਿਸ਼ਟੀ ਦੇ ਸੁਭਾਅ ਤੇ ਇੱਕ ਬ੍ਰਹਮੰਡੀ ਗੀਤ ਬਾਰੇ ਦੱਸਦਾ ਹੈ। ਜ਼ਰਾ ਇੱਕ ਪੱਲੀ ਸੋਚ ਕੇ ਦੇਖੋ, ਜੇ ਸਾਰਾ ਬ੍ਰਹਿਮੰਡ, ਹਰ ਤਾਰਾ, ਹਰ ਪੱਤਾ, ਹਰ ਜੀਵ ਇੱਕੋ ਹੀ ਸੁਰ ਵਿੱਚ ਇੱਕੋ ਗੀਤ ਗਾ ਰਿਹਾ ਹੋਵੇ, ਇਹ ਸਿਰਫ ਕੋਈ ਕਲਪਨਾ ਨਹੀਂ, ਬਲਕਿ ਅੱਜ ਦੀ ਆਪਣੀ ਗੱਲਬਾਤ ਦਾ ਮੂਲ ਵਿਸ਼ਾ ਇਹੀ ਹੈ। ਤਾਂ ਜਿਸ ਗ੍ਰੰਥ ਦੀ ਆਪਾਂ ਗੱਲ ਕਰ ਰਹੇ ਹਾਂ ਉਹ ਕਹਿੰਦਾ ਹੈ ਕਿ ਇਹ ਕੋਈ ਕਵੀ ਦੀ ਕਲਪਨਾ ਨਹੀਂ, ਬਲਕਿ ਇਹ ਤਾਂ ਹੋਂਦ ਦੀ ਇੱਕ ਬਹੁਤ ਹੀ ਡੂੰਗੀ ਸੱਚਾਈ ਹੈ। ਇਹ ਸਾਨੂੰ ਇੱਕ ਐਸਾ ਬ੍ਰਹਮੰਡ ਦਿਖਾਉਂਦਾ ਹੈ ਜਿੱਥੇ ਹਰ ਚੀਜ਼, ਸਭ ਕੁਝ ਮਿਲ ਕੇ ਸਿਰਫ ਇੱਕ ਹੀ ਕੰਮ ਕਰ ਰਿਹਾ ਹੈ, ਉਸ ਤੁਤ। ਤਾਂ ਫਿਰ ਸਵਾਲ ਤਾਂ ਬਣਦਾ ਹੈ ਨਾ, ਕਿ ਇਸ ਵਿਸ਼ਾਲ ਬ੍ਰਹਮੰਡੀ ਕੁਆਇਰ ਵਿੱਚ ਗਾ ਕੌਣ-ਕੌਣ ਰਿਹਾ ਹੈ? ਚਲੋ ਦੇਖਦੇ ਹਾਂ ਇਸ ਵਿੱਚ ਕੌਣ-ਕੌਣ ਸ਼ਾਮਿਲ ਹੈ। ਤੇ ਜਵਾਬ ਸੱਚੀ ਹੈਰਾਨ ਕਰਨ ਵਾਲਾ ਹੈ। ਇਹ ਗੀਤ ਸਿਰਫ ਇਨਸਾਨਾਂ ਦਾ ਨਹੀਂ ਹੈ। ਨਹੀਂ, ਸੋਚ ਕੇ ਦੇਖੋ, ਗਿਆਨੀ ਪੰਡਿਤ, ਬਹੁਤ ਸੋਹਣੇ, ਮਨ ਨੂੰ ਮੋਹ ਲੈਣ ਵਾਲੇ ਜੀਵ, ਸਵਰਗਾਂ ਦੇ ਵਾਸੀ, ਇਸ ਧਰਤੀ ਦੇ ਲੋਕ ਤੇ ਇੱਥੋਂ ਤੱਕ ਕਿ ਪਤਾਲ ਦੇ ਰਹਿਣ ਵਾਲੇ ਵੀ, ਸਾਰੇ ਦੇ ਸਾਰੇ ਇਸ ਇੱਕ ਸੁਰ ਦਾ ਹਿੱਸਾ ਨੇ। ਪਰ ਗੱਲ ਇੱਥੇ ਖਤਮ ਨਹੀਂ ਹੁੰਦੀ। ਅਸਲ ਵਿੱਚ ਇਹ ਤਾਂ ਬਸ ਸ਼ੁਰੂਆਤ ਹੈ। ਹੁਣ ਦੇਖੋ ਕਿ ਇਸ ਗੀਤ ਦਾ ਪੈਮਾਨਾ ਕਿਵੇਂ ਵੱਧਦਾ ਹੈ, ਰਿਸ਼ੀਆਂ ਤੋਂ ਬਹੁਤ ਅੱਗੇ, ਸਿੱਧਾ ਸੂਰਜੀ ਮੰਡਲਾਂ ਤੱਕ। ਹੁਣ ਧਿਆਨ ਨਾਲ ਦੇਖੋ, ਗਾਉਣ ਵਾਲਿਆਂ ਦੀ ਲਿਸਟ ਜੀਵ-ਜੰਤੂਆਂ ਤੋਂ ਵੀ ਅੱਗੇ ਜਾ ਰਹੀ ਹੈ। ਕੀਮਤੀ ਹੀਰੇ, ਅਠਾੜ ਦੇ ਅਠਾੜ ਤੀਰਥ, ਤਕੜੇ-ਤਕੜੇ ਯੋਧੇ, ਇਹ ਸਭ ਵੀ ਉਸੇ ਗੀਤ ਦਾ ਹਿੱਸਾ ਨੇ। ਮਤਲਬ ਹਰ ਚੀਜ਼ ਆਪਣੇ-ਆਪਣੇ ਤਰੀਕੇ ਨਾਲ ਉਸ ਇੱਕ ਦੀ ਹੀ ਵਡਿਆਈ ਕਰ ਰਹੀ ਹੈ। ਤੇ ਇਹ ਪੱਕਾ ਕਰਨ ਲਈ ਕਿ ਕੋਈ ਵੀ ਪਿੱਛੇ ਨਾ ਰਹਿ ਜਾਵੇ, ਗ੍ਰੰਥ ਵਿੱਚ ਇੱਕ ਖਾਸ ਸ਼ਬਦ ਆਉਂਦਾ ਹੈ, ਖਾਣੀ ਚਾਰ। ਇਸ ਦਾ ਮਤਲਬ ਹੈ ਜੀਵਨ ਦੇ ਚਾਰ ਸਰੋਤ। ਇਹ ਇਸ ਲਈ ਦੱਸਿਆ ਗਿਆ ਤਾਂ ਕਿ ਕੋਈ ਸ਼ੱਕੀ ਨਾ ਰਹੇ ਕਿ ਸ੍ਰਿਸ਼ਟੀ ਦਾ ਕੋਈ ਵੀ ਜੀਵ ਇਸ ਗਾਇਨ ਤੋਂ ਬਾਹਰ ਨਹੀਂ ਹੈ। ਤੇ ਫਿਰ ਗੱਲ ਇੱਕਦਮ ਬ੍ਰਹਿਮੰਡੀ ਪੱਧਰ ਤੇ ਪਹੁੰਚ ਜਾਂਦੀ ਹੈ। ਐਸਾ ਲੱਗਦਾ ਜਿਵੇਂ ਕੈਮਰਾ ਪਿੱਛੇ, ਹੋਰ ਪਿੱਛੇ ਜਾ ਰਿਹਾ ਹੋਵੇ। ਪਹਿਲਾਂ ਮਹਾਦੀਪ, ਫਿਰ ਸੂਰਜੀ ਮੰਡਲ, ਫਿਰ ਅਣਗਿਣਤ ਗਲੈਕਸੀਆਂ, ਤੇ ਅਖੀਰ ਵਿੱਚ ਪੂਰਾ ਦਾ ਪੂਰਾ ਬ੍ਰਹਿਮੰਡ। ਜੋ ਕੁਝ ਵੀ ਬਣਿਆ ਹੈ, ਸਭ ਇਸ ਗੀਤ ਦਾ ਹਿੱਸਾ ਹੈ। ਹੁਣ ਇੰਨੇ ਵੱਡੀ, ਇੰਨੇ ਵਿਸ਼ਾਲ ਤਸਵੀਰ ਦੇਖ ਕੇ ਗ੍ਰੰਥ ਨੂੰ ਲਿਖਣ ਵਾਲੇ ਇੱਕ ਬਹੁਤ ਹੀ ਇਮਾਨਦਾਰ ਗੱਲ ਮੰਨਦੇ ਨੇ। ਉਹ ਕਹਿੰਦੇ ਨੇ ਕਿ ਗਾਉਣ ਵਾਲੇ ਇੰਨੇ ਜ਼ਿਆਦਾ ਨੇ, ਇੰਨੇ ਅਣਗਿਣਤ ਕਿ ਮੈਂ ਤਾਂ ਗਿਣ ਵੀ ਨਹੀਂ ਸਕਦਾ। ਇਹ ਸਭ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੇਰੇ ਵੱਸ ਦੀ ਗੱਲ ਨਹੀਂ। ਇਹ ਉਸਤਤ ਤਾਂ ਬੇਅੰਤ ਹੈ। ਚਲੋ, ਗਾਉਣ ਵਾਲਿਆਂ ਦੀ ਗੱਲ ਤਾਂ ਹੋ ਗਈ, ਪਰ ਹੁਣ ਸਭ ਤੋਂ ਵੱਡਾ ਸਵਾਲ ਕਿ ਇਹ ਗੀਤ ਹੈ ਕਿਸ ਦੇ ਲਈ? ਆਓ ਹੁਣ ਧਿਆਨ ਉਸ ਸਿਰਜਣਹਾਰ ਤੇ ਕਰੀਏ ਜਿਸ ਨੂੰ ਸਮਝਣਾ ਇੰਨਾ ਸੌਖਾ ਨਹੀਂ। ਅਸਲ 'ਚ ਇਹ ਸਵਾਲ ਹੀ ਇਸ ਸਾਰੀ ਗੱਲਬਾਤ ਦਾ ਕੇਂਦਰ ਹੈ। ਜੇ ਸਾਰਾ ਬ੍ਰਹਿਮੰਡ ਇੱਕ ਗੀਤ ਗਾ ਰਿਹਾ ਹੈ ਤਾਂ ਉਹ ਗੀਤ ਕਿਸ ਬਾਰੇ ਹੈ? ਗ੍ਰੰਥ ਇਸ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦਾ ਹੈ, ਪਰ ਜਵਾਬ ਸ਼ਾਇਦ ਉਹ ਨਹੀਂ ਜਿਸ ਦੀ ਆਪਾਂ ਉਮੀਦ ਕਰ ਰਹੇ ਹਾਂ। ਤੇ ਇੱਥੇ ਆ ਕੇ ਇੱਕ ਬਹੁਤ ਵੱਡਾ ਸੱਚ ਸਾਹਮਣੇ ਆਉਂਦਾ ਹੈ। ਦੇਖੋ, ਇਨਸਾਨ ਆਪਣੀ ਪੂਰੀ ਕੋਸ਼ਿਸ਼ ਕਰਦਾ ਹੈ। ਜੋਗੀ ਧਿਆਨ ਲਾਉਂਦੇ ਨੇ, ਵਿਦਵਾਨ ਕਿਤਾਬਾਂ ਪੜ੍ਹਦੇ ਨੇ, ਵੱਡੇ-ਵੱਡੇ ਗਿਆਨੀ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ। ਪਰ ਇਸ ਸਭ ਦੇ ਬਾਵਜੂਦ ਉਹ ਸਿਰਜਣਹਾਰ ਅਸਲ ਵਿੱਚ ਕੀ ਹੈ, ਇਹ ਹਮੇਸ਼ਾ ਸਾਡੀ ਸਮਝ ਤੋਂ ਪਰੇ ਰਹਿੰਦਾ ਹੈ। ਤਾਂ ਫਿਰ ਜੇ ਉਸ ਨੂੰ ਪੂਰੀ ਤਰ੍ਹਾਂ ਸਮਝਿਆ ਹੀ ਨਹੀਂ ਜਾ ਸਕਦਾ, ਤਾਂ ਫਿਰ ਉਸ ਬਾਰੇ ਕੀ ਕਿਹਾ ਜਾ ਸਕਦਾ ਹੈ? ਗ੍ਰੰਥ ਇੱਕ ਸ਼ਬਦ ਦਿੰਦਾ ਹੈ, ਸੱਚ। ਮਤਲਬ ਸੱਚ। ਇਸ ਦਾ ਮਤਲਬ ਇਹ ਹੈ ਕਿ ਇਸ ਬਦਲਤੀ ਦੁਨੀਆ ਵਿੱਚ ਸਿਰਫ ਉਹੀ ਇੱਕ ਹੈ ਜੋ ਸਥਿਰ ਹੈ, ਜੋ ਹਮੇਸ਼ਾ ਰਹਿਣ ਵਾਲਾ ਹੈ। ਉਹ ਹਮੇਸ਼ਾ ਤੋਂ ਸੀ, ਹੁਣ ਵੀ ਹੈ ਤੇ ਹਮੇਸ਼ਾ ਰਹੇਗਾ। ਬਾਕੀ ਸਭ ਕੁਝ ਤਾਂ ਆਉਣ ਜਾਣ ਵਾਲੀ ਚੀਜ਼ ਹੈ। ਬ੍ਰਹਮੰਡ ਦੀ ਇਸ ਵੱਡੀ ਯਾਤਰਾ ਤੋਂ ਬਾਅਦ ਹੁਣ ਇਹ ਗ੍ਰੰਥ ਸਾਨੂੰ ਇੱਕ ਹੋਰ ਸਫ਼ਰ ਤੇ ਲੈ ਜਾਂਦਾ ਹੈ, ਬਾਹਰ ਦੀ ਦੁਨੀਆ ਤੋਂ ਅੰਦਰ ਦੀ ਦੁਨੀਆ ਵੱਲ, ਦਿਲ ਦੇ ਗੀਤ ਵੱਲ। ਤੇ ਇੱਥੇ ਆ ਕੇ ਇਹ ਵੱਡਾ ਬ੍ਰਹਿਮੰਡੀ ਵਿਚਾਰ ਇੱਕਦਮ ਨਿੱਜੀ ਹੋ ਜਾਂਦਾ ਹੈ, ਸਾਡੀ ਜ਼ਿੰਦਗੀ ਨਾਲ ਜੁੜ ਜਾਂਦਾ ਹੈ। ਸਾਡੇ ਸਾਹਮਣੇ ਇੱਕ ਬੁਨਿਆਦੀ ਚੋਣ ਰੱਖੀ ਗਈ ਹੈ, ਯਾਦ ਰੱਖਣਾ ਜਾਂ ਭੁੱਲ ਜਾਣਾ। ਉਸ ਸਿਰਜਣਹਾਰ ਨੂੰ ਯਾਦ ਰੱਖਣਾ ਸਮਝੋ ਅਸਲ ਵਿੱਚ ਜੀਣਾ ਹੈ, ਤੇ ਉਸ ਨੂੰ ਭੁੱਲ ਜਾਣਾ ਇੱਕ ਤਰ੍ਹਾਂ ਦੀ ਰੂਹਾਨੀ ਮੌਤ ਹੈ। ਇਹ ਬਹੁਤ ਹੀ ਤਾਕਤਵਰ ਵਿਚਾਰ ਹੈ। ਗੱਲ ਇਹ ਹੈ ਕਿ ਜਦੋਂ ਕਿਸੇ ਦੇ ਅੰਦਰ ਉਸ ਸਦੀਵੀ ਸੱਚ ਲਈ ਸੱਚੀ-ਮੁੱਚੀ ਦੀ ਭੁੱਖ ਪੈਦਾ ਹੋ ਜਾਂਦੀ ਹੈ ਨਾ, ਇੱਕ ਤਾਂਘ, ਤਾਂ ਉਸ ਭੁੱਖ ਨੂੰ ਮਿਟਾਉਣ ਨਾਲ ਹੀ ਸਾਰੇ ਦੁੱਖ ਤੇ ਦਰਦ ਵੀ ਖਤਮ ਹੋ ਜਾਂਦੇ ਨੇ। ਇਹ ਹੈ ਯਾਦ ਦੀ ਤਾਕਤ। ਤਾਂ ਫਿਰ ਇਹ ਸਾਰੀ ਗੱਲਬਾਤ ਸਾਨੂੰ ਕਿੱਥੇ ਲੈ ਕੇ ਆਈ ਹੈ? ਇਸ ਦਾ ਨਿਚੋੜ ਕੀ ਹੈ? ਹੁਣ ਆਪਾਂ ਇਸ ਗ੍ਰੰਥ ਦੇ ਫਲਸਫੇ ਦੇ ਸਭ ਤੋਂ ਉੱਚੇ ਨੁਕਤੇ ਤੇ ਪਹੁੰਚ ਰਹੇ ਹਾਂ। ਰੱਬ ਦੇ ਹੁਕਮ ਵਿੱਚ ਕਿਵੇਂ ਰਹਿਣਾ ਹੈ। ਇੱਥੇ ਇੱਕ ਬਹੁਤ ਹੀ ਅਹਿਮ ਸ਼ਬਦ ਆਉਂਦਾ ਹੈ, ਰਜ਼ਾ, ਜਿਸ ਨੂੰ ਆਪਾਂ ਕਹਿ ਸਕਦੇ ਹਾਂ ਰੱਬੀ ਹੁਕਮ ਜਾਂ ਉਸ ਦੀ ਮਰਜ਼ੀ। ਇਹ ਵਿਚਾਰ ਹੈ ਕਿ ਪੂਰਾ ਬ੍ਰਹਿਮੰਡ, ਹਰ ਚੀਜ਼ ਉਸੇ ਸਿਰਜਣਹਾਰ ਦੇ ਹੁਕਮ ਅਨੁਸਾਰ ਚੱਲ ਰਹੀ ਹੈ। ਇਸ ਲਈ ਸਭ ਤੋਂ ਵੱਡੀ ਉਸਤਤ ਕੀ ਹੈ?
ਉਸ ਹੁਕਮ ਦੇ ਨਾਲ ਇੱਕਮਿਕ ਹੋ ਕੇ ਚੱਲਣਾ। ਤੇ ਇਸ ਦੇ ਪਿੱਛੇ ਦਾ ਤਰਕ ਬਹੁਤ ਸਿੱਧਾ ਸਾਦਾ ਹੈ। ਸੋਚ ਕੇ ਦੇਖੋ, ਜੇ ਉਹ ਸਿਰਜਣਹਾਰ ਰਾਜਿਆਂ ਦਾ ਵੀ ਰਾਜਾ ਹੈ, ਮਤਲਬ ਉਸ ਤੋਂ ਉੱਤੇ ਕੋਈ ਨਹੀਂ, ਤੇ ਕੋਈ ਵੀ ਉਸ ਨੂੰ ਹੁਕਮ ਨਹੀਂ ਦੇ ਸਕਦਾ, ਤਾਂ ਫਿਰ ਸਾਡੇ ਲਈ ਸਭ ਤੋਂ ਸਹੀ ਰਾਹ ਕਿਹੜਾ ਹੋਇਆ? ਜ਼ਾਹਿਰ ਹੈ, ਉਸ ਦੀ ਮਰਜ਼ੀ, ਉਸ ਦੇ ਹੁਕਮ ਵਿੱਚ ਰਹਿਣਾ। ਅਤੇ ਇਹ ਸਿੱਧਾ ਤੇ ਸ਼ਕਤੀਸ਼ਾਲੀ ਹਵਾਲਾ ਇਸ ਸਾਰੀ ਗੱਲਬਾਤ ਦਾ ਨਿਚੋੜ ਹੈ। ਅਸਲ ਸਿਆਣਪ ਰਜ਼ਾ ਵਿੱਚ ਰਹਿਣ ਵਿੱਚ ਹੀ ਹੈ। ਉਸ ਬ੍ਰਹਿਮੰਡੀ ਹੁਕਮ ਦੇ ਨਾਲ ਸੁਰ ਮਿਲਾਣਾ ਅਤੇ ਉਸੇ ਗੀਤ ਦਾ ਹਿੱਸਾ ਬਣ ਜਾਣਾ ਜੋ ਪੂਰੀ ਕਾਇਨਾਤ ਪਹਿਲਾਂ ਤੋਂ ਹੀ ਗਾ ਰਹੀ ਹੈ। ਤੇ ਇਹ ਗੱਲ ਸਾਨੂੰ ਇੱਕ ਬਹੁਤ ਹੀ ਡੂੰਘੇ ਸਵਾਲ ਦੇ ਨਾਲ ਛੱਡ ਜਾਂਦੀ ਹੈ। ਦੇਖੋ, ਜੇ ਇੱਕ ਪੱਥਰ, ਇੱਕ ਤਾਰਾ, ਇੱਕ ਨਦੀ ਸਿਰਫ ਆਪਣੇ ਕੁਦਰਤੀ ਸੁਭਾਅ ਵਿੱਚ ਰਹਿ ਕੇ ਹੀ ਉਸਤਤ ਕਰ ਰਹੇ ਨੇ, ਤਾਂ ਫਿਰ ਸਾਡੇ ਲਈ ਇਸ ਦਾ ਕੀ ਮਤਲਬ ਹੈ? ਸਾਡੇ ਲਈ ਜਿਨ੍ਹਾਂ ਕੋਲ ਸੋਚ ਸਮਝ ਕੇ, ਚੇਤਨ ਹੋ ਕੇ ਚੋਣ ਕਰਨ ਦੀ ਸਮਰੱਥਾ ਹੈ, ਇਹ ਸੱਚਮੁੱਚ ਸੋਚਣ ਵਾਲੀ ਗੱਲ ਹੈ।